हाँ जी, सत श्री अकाल सारिਆਂ ਨੂੰ। ਅੱਜ ਮੈਂ ਤੁਹਾਡੇ ਸਾਹਮਣੇ ਫਿਰ ਤੋਂ ਹਾਜ਼ਰ ਹਾਂ ਆਪਣੀ ਨੈਕਸਟ ਵੀਡੀਓ ਲੈ ਕੇ ਤੇ ਅੱਜ ਦਾ ਆਪਣਾ ਟੌਪਿਕ ਰਹੇਗਾ ਰੀਟੇਲ ਲੈਕਚਰ। ਰੀਟੇਲ ਲੈਕਚਰ ਤੋਂ ਪਹਿਲਾਂ ਮੈਂ ਗੱਲ ਕੀਤੀ ਸੀ ਤੁਹਾਡੇ ਨਾਲ ਡਿਸਕ੍ਰਾਈਬ ਇਮੇਜ ਦੀ ਤੇ ਡਿਸਕ੍ਰਾਈਬ ਇਮੇਜ ਦੇ ਵਿੱਚ ਮੈਂ ਤੁਹਾਡੇ ਨਾਲ ਇਹੀ ਡਿਸਕਸ ਕੀਤਾ ਸੀਗਾ ਕਿ ਜਿਹੜੀ ਡਿਸਕ੍ਰਾਈਬ ਇਮੇਜ ਦੀ ਕੰਟਰੀਬਿਊਸ਼ਨ ਹੈ ਉਹ ਸਪੀਕਿੰਗ ਦੇ ਵਿੱਚ ਹੈ ਤੇ ਤੁਹਾਡੇ ਕੋਲ ਇਮੇजेस ਕਿੰਨੀਆਂ ਟਾਈਪਸ ਦੀਆਂ ਹੋ ਸਕਦੀਆਂ ਤੇ ਡਿਸਕ੍ਰਾਈਬ ਇਮੇਜ ਥੋੜਾ ਆਪਾਂ ਕਹਿ ਸਕਦੇ ਸੀਗੇ ਕਿ ਅਗਰ ਤੁਹਾਡੇ ਸਕੋਰਿੰਗ ਥੋੜੀ ਇੱਕ ਅੱਧਾ ਨੰਬਰ ਉੱਪਰ ਨੀਚੇ ਵੀ ਹੁੰਦੀ ਹੈ ਤਾਂ ਉਹਦਾ ਕੁਝ ਜ਼ਿਆਦਾ ਇਫੈਕਟ ਨਹੀਂ ਹੋਏਗਾ ਕਿਉਂਕਿ ਜਿਹੜੀ ਡਿਸਕ੍ਰਾਈਬ ਇਮੇਜ ਹੈ ਉਹ ਸਿਰਫ ਸਪੀਕਿੰਗ ਨੂੰ ਕੰਟਰੀਬਿਊਟ ਕਰ ਰਹੀ ਹੈ, ਬਾਕੀ ਸੈਕਸ਼ਨ ਦੇ ਵਿੱਚ ਉਹਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ। ਬਟ ਅਗਰ ਆਪਾਂ ਰੀਟੇਲ ਲੈਕਚਰ ਦੀ ਗੱਲ ਕਰਦੇ ਹਾਂ ਤਾਂ ਰੀਟੇਲ ਲੈਕਚਰ ਦੇ ਵਿੱਚ ਐਵੇਂ ਦਾ ਕੁਝ ਵੀ ਨਹੀਂ ਹੈਗਾ। ਰੀਟੇਲ ਲੈਕਚਰ ਇਜ਼ ਦੀ 4 ਟਾਸਕ ਆਫ ਦੀ ਸਪੀਕਿੰਗ ਮੋਡਿਊਲ। ਇਹ 4 ਟਾਸਕ ਰਹੇਗਾ ਜਿਹੜੀ ਤੁਹਾਡੀ ਕੰਟਰੀਬਿਊਸ਼ਨ ਕਰੇਗਾ ਸਕੋਰਿੰਗ ਦੇ ਵਿੱਚ ਐਂਡ ਇਟ ਵਿਲ ਕੰਟਰੀਬਿਊਟ ਇਨ ਸਪੀਕਿੰਗ ਐਂਡ ਦੀ ਲਿਸਨਿੰਗ ਸੈਕਸ਼ਨ ਆਲਸੋ, ਕਿਉਂਕਿ ਇਹਦੇ ਵਿੱਚ ਤੁਹਾਨੂੰ ਆਡੀਓ ਸੁਣ ਵੀ ਰਹੀ ਹੈ ਤੇ ਆਡੀਓ ਸੁਣ ਕੇ ਤੁਸੀਂ ਬੋਲਣਾ ਵੀ ਹੈਗਾ ਤਾਂ ਤੁਹਾਡੀ ਸਪੀਕਿੰਗ ਤੇ ਲਿਸਨਿੰਗ ਦੋਨਾਂ ਸੈਕਸ਼ਨ ਦੇ ਵਿੱਚ ਇਹਦੀ ਕੰਟਰੀਬਿਊਸ਼ਨ ਰਹੇਗੀ ਐਂਡ ਇਟ ਵਿਲ ਕੰਟਰੀਬਿਊਟ 12 ਮਾਰਕਸ ਇਨ ਸਪੀਕਿੰਗ ਐਂਡ 10 ਮਾਰਕਸ ਇਨ ਲਿਸਨਿੰਗ ਤੇ 12 ਨੰਬਰ ਇਹ ਤੁਹਾਡੇ ਸਪੀਕਿੰਗ ਨੂੰ ਕੰਟਰੀਬਿਊਟ ਕਰ ਰਿਹਾ ਤੇ 10 ਮਾਰਕਸ ਲਿਸਨਿੰਗ ਨੂੰ, ਮੀਨਸ ਟੋਟਲ ਕੰਟਰੀਬਿਊਸ਼ਨ 22 ਮਾਰਕਸ ਦੀ ਰਹੇਗੀ ਐਂਡ ਇਟ ਇਜ਼ ਅ ਕ੍ਰੂਸ਼ੀਅਲ ਟਾਸਕ। ਕ੍ਰੂਸ਼ੀਅਲ ਟਾਸਕ ਕਹਿਣ ਦਾ ਇੱਥੇ ਸਿਰਫ ਇੰਨਾ ਹੀ ਮਤਲਬ ਹੈਗਾ ਕਿ ਬੱਚਿਆਂ ਨੂੰ ਪਹਿਲਾਂ ਤਾਂ ਥੋੜਾ ਆਡੀਓ ਸੁਣਨ 'ਚ ਪ੍ਰੋਬਲਮ ਆਉਂਦੀ ਹੈ, ਫਿਰ ਜਦੋਂ ਉਹ ਆਡੀਓ ਸੁਣ ਲੈਂਦੇ ਆ ਫਿਰ ਉਹਨਾਂ ਨੂੰ ਲਿਖਣ 'ਚ ਪ੍ਰੋਬਲਮ ਆਉਂਦੀ ਹੈ ਔਰ ਡਿਊਰਿੰਗ ਆਡੀਓ ਉਹਨਾਂ ਨੇ ਲਿਖਣਾ ਕੀ ਹੈ ਉਹਨਾਂ ਨੂੰ ਇਹ ਵੀ ਸਮਝ ਨਹੀਂ ਆਉਂਦੀ। ਸੋ ਅਕੋਰਡਿੰਗ ਟੂ ਮਾਈ ਪੁਆਇੰਟ ਆਫ ਵਿਊ ਇਟ ਇਜ਼ ਅ ਕ੍ਰੂਸ਼ੀਅਲ ਟਾਸਕ ਫॉर ਸਮ ਸਟੂਡੈਂਟਸ। ਮਤਲਬ ਕੁਝ ਬੱਚਿਆਂ ਵਾਸਤੇ ਕ੍ਰੂਸ਼ੀਅਲ ਹੈ ਬਟ ਸਾਰਿਆਂ ਵਾਸਤੇ ਕ੍ਰੂਸ਼ੀਅਲ ਨਹੀਂ ਹੈਗਾ। and you will get 1 to 2 questions in the final exam। ਅਗਰ ਤੁਸੀਂ ਲੱਕੀ ਹੋ ਤਾਂ ਤੁਹਾਨੂੰ ਇੱਕ ਕੁਐਸਚਨ ਹੀ ਆਉਂਦਾ ਫਾਈਨਲ ਦੇ ਵਿੱਚ, ਵੈਸੇ 2 ਕੁਐਸਚਨਸ ਤਾਂ ਕਨਫਰਮ ਨੇ ਕਿ ਤੁਹਾਨੂੰ 2 ਕੁਐਸਚਨਸ ਆਉਣਗੇ ਹੀ ਆਉਣਗੇ। ਮੈਂ ਲੱਕੀ ਇਸ ਕਰਕੇ ਕਿਹਾ ਕਿ ਜਦੋਂ ਤੁਸੀਂ ਇੱਕ ਕੁਐਸਚਨ ਤੁਹਾਨੂੰ ਆ ਰਿਹਾ ਹੈ ਤਾਂ ਤੁਹਾਡੀ ਵੇਟੇਜ ਘੱਟ ਹੋਏਗੀ ਰੀਟੇਲ ਲੈਕਚਰ ਦੀ, ਬਟ ਅਗਰ ਤੁਹਾਨੂੰ 2 ਕੁਐਸਚਨਸ ਆ ਰਹੇ ਨੇ ਤਾਂ ਉੱਥੇ ਤੁਹਾਡੀ ਮਾਰਕਸ ਦੀ ਵੇਟੇਜ ਰੀਟੇਲ ਦੀ ਜ਼ਿਆਦਾ ਹੋਏਗੀ। ਬਟ ਇਹ ਤਾਂ ਅਗਰ ਤੁਸੀਂ ਇੱਕ ਟੈਂਪਲੇਟ ਵਧੀਆ ਤਰੀਕੇ ਨਾਲ ਬੋਲ ਰਹੇ ਹੋ ਤਾਂ ਫਿਰ ਤੁਸੀਂ ਦੂਜਾ ਵੀ ਕਰ ਹੀ ਲਓਗੇ, ਐਵੇਂ ਦਾ ਕੁਝ ਵੀ ਨਹੀਂ ਹੈਗਾ। And next your score will be evaluated based on your content, oral fluency and the pronunciation। ਜਿਵੇਂ ਆਪਾਂ ਸਪੀਕਿੰਗ ਦੀ ਗੱਲ ਕੀਤੀ ਹੈ, ਸਾਰੇ ਮੋਡਿਊਲਸ ਦੀ ਗੱਲ ਕੀਤੀ ਹੈ ਤਾਂ ਜਿਹੜੀ ਤੁਹਾਡੀ ਸਕੋਰਿੰਗ ਹੈ ਉਹਦੇ ਵਿੱਚ ਤੁਹਾਡੇ ਪੁਆਇੰਟਸ evaluate ਹੋਣਗੇ on your content, fluency and the pronunciation। ਸੋ ਕੰਟੈਂਟ ਦੇ ਇੱਥੇ 5 ਪੁਆਇੰਟਸ ਰਹਿਣਗੇ, ਫਲੂਐਂਸੀ ਦੇ ਵੀ 5 ਪੁਆਇੰਟਸ ਨੇ, ਪ੍ਰੋਨੰਸੀਏਸ਼ਨ ਦੇ ਵੀ 5 ਪੁਆਇੰਟਸ ਨੇ ਐਂਡ ਟੋਟਲ ਇਜ਼ ਦੀ 15 ਪੁਆਇੰਟਸ। ਤਾਂ ਟੋਟਲ ਤੁਹਾਡੇ 15 ਪੁਆਇੰਟਸ ਹੋਣਗੇ। ਨਾਓ ਕੰਪਲੀਟ ਜਿਹੜਾ ਇਨਫੋਰਮੇਸ਼ਨ ਸੀਗੀ ਬੇਸਿਕ ਉਹ ਇਹੀ ਸੀਗੀ, ਬਟ ਇਹਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਜੋ ਮੈਂ ਇੱਥੇ ਰੈੱਡ ਲਾਈਨ ਦੇ ਵਿੱਚ ਹਾਈਲਾਈਟ ਵੀ ਕੀਤਾ ਹੈ ਕਿ ਇਨ ਕੇਸ ਅਗਰ ਤੁਸੀਂ ਥੋੜਾ ਬੋਲਦੇ ਹੋ, ਮਤਲਬ ਤੁਸੀਂ ਕੰਟੈਂਟ ਪੂਰਾ ਕਵਰ ਅਪ ਨਹੀਂ ਕਰਦੇ ਤਾਂ ਵੀ ਕੋਈ ਇਸ਼ੂ ਨਹੀਂ ਹੈਗਾ ਰੀਟੇਲ ਲੈਕਚਰ ਦੇ ਵਿੱਚ, ਕਿਉਂਕਿ ਜੇ ਤੁਸੀਂ ਇਹ ਕਦੇ ਵੀ ਪੋਸੀਬਲ ਨਹੀਂ ਹੁੰਦਾ ਕਿ ਤੁਸੀਂ ਪੂਰਾ ਕੰਟੈਂਟ ਨੂੰ ਕਵਰ ਅਪ ਕਰੋ। ਅਗਰ ਤੁਸੀਂ ਮੇਨ ਪੁਆਇੰਟਸ ਕਵਰ ਅਪ ਕਰਦੇ ਹੋ ਦੈਨ ਯੂ ਵਿਲ ਗੈਟ ਦੀ ਪਾਰਸ਼ੀਅਲ ਸਕੋਰ ਬਿਕੋਜ਼ ਕੰਟੈਂਟ ਹੈਵ 5 ਪੁਆਇੰਟਸ and if you will cover main points then you will get 3 to 4 points in the content but no issue in the pronunciation and the fluency। ਜੇ ਤੁਹਾਡੀ pronunciation clear ਹੈ, ਤੁਸੀਂ ਬੋਲ ਵਧੀਆ ਰਹੇ ਹੋ ਤਾਂ ਉਹਦੇ ਵਿੱਚ ਤੁਹਾਡੀ ਕੋਈ ਮਾਰਕਸ ਤੇ ਇਫੈਕਟ ਨਹੀਂ ਹੋਏਗਾ, ਤੁਹਾਡੀ ਸਕੋਰਿੰਗ ਇੰਪੈਕਟ ਨਹੀਂ ਹੋਏਗੀ। ਸੋ ਇਹ ਪਾਰਸ਼ੀਅਲ ਕ੍ਰੈਡਿਟ ਹੈਗਾ, ਜਿੰਨਾ ਤੁਸੀਂ ਬੋਲਿਆ ਉਹਦੇ ਤੁਹਾਨੂੰ ਨੰਬਰ ਮਿਲਣਗੇ। ਐਵੇਂ ਨਹੀਂ ਹੈਗਾ ਕਿ ਅਗਰ ਤੁਸੀਂ ਗਲਤ ਬੋਲਤਾ ਤਾਂ ਤੁਹਾਨੂੰ ਕੋਈ ਨੰਬਰ ਨਹੀਂ ਮਿਲੇਗਾ ਜਾਂ ਫਿਰ ਤੁਹਾਡੀ ਕੋਈ ਨੈਗੇਟਿਵ ਮਾਰਕਿੰਗ ਹੋਏਗੀ। ਇਸ ਚੀਜ਼ ਦਾ ਤੁਸੀਂ ਰੀਟੇਲ ਲੈਕਚਰ ਦੇ ਵਿੱਚ ਧਿਆਨ ਰੱਖਣਾ ਹੈ। ਤੇ ਨੈਕਸਟ ਪੁਆਇੰਟ ਆਉਂਦਾ ਹੈ ਕਿ ਜਦੋਂ ਇਹ ਚੌਥਾ ਟਾਸਕ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਡਿਸਕ੍ਰਾਈਬ ਇਮੇਜ ਤੋਂ ਬਾਅਦ ਨੈਕਸਟ ਟਾਸਕ ਹੈ, ਜਦੋਂ ਤੁਸੀਂ ਡਿਸਕ੍ਰਾਈਬ ਇਮੇਜ ਦਾ ਟੌਪਿਕ ਖਤਮ ਹੋ ਗਿਆ ਤੁਹਾਡਾ ਤਾਂ ਤੁਹਾਡੇ ਕੋਲ 3 ਸੈਕਿੰਡਸ ਹੁੰਦੇ ਨੇ। 3 ਸੈਕਿੰਡ ਦੇ ਵਿੱਚ ਤੁਸੀਂ ਆਪਣੇ ਦਿਮਾਗ ਨੂੰ ਸ਼ਾਂਤ ਕਰਨਾ ਹੈ, ਆਪਣੇ ਕੰਨ ਖੋਲ ਕੇ ਬੈਠਣਾ ਹੈ ਔਰ ਇੱਕ ਲੰਬਾ ਸਾਹ ਲੈਣਾ ਹੈ, ਕਿਉਂਕਿ 3 ਸੈਕਿੰਡਸ ਤੋਂ ਬਾਅਦ ਤੁਹਾਨੂੰ ਇੱਕ ਆਡੀਓ ਲੈਕਚਰ ਸੁਣਾਈ ਦੇਗਾ। ਆਡੀਓ ਤੁਹਾਡੀ ਸਕਰੀਨ ਤੇ ਪਲੇ ਹੋਏਗੀ। ਫਾਈਨਲ ਦੇ ਵਿੱਚ ਹਮੇਸ਼ਾ ਵੀਡੀਓ ਲੈਕਚਰ ਆਉਂਦਾ ਹੈ, ਆਡੀਓ ਦੇ ਬਹੁਤ ਘੱਟ ਚਾਂਸਸ ਹੁੰਦੇ ਨੇ ਕਿ ਆਡੀਓ ਸੁਣਾਈ ਦੇਗੀ, ਉੱਥੇ ਵੀਡੀਓ ਵੀ ਚੱਲਦੀ ਹੁੰਦੀ ਹੈ ਬਟ ਉਹ ਵੀਡੀਓ ਤੁਹਾਡਾ ਸਿਰਫ ਤੁਹਾਨੂੰ ਡਿਸਟਰੈਕਟ ਕਰਨ ਵਾਸਤੇ ਹੈ। ਅਦਰਵਾਈਜ਼ ਆਡੀਓ ਵਿੱਚ ਵੀ ਉਹੀ ਸੁਣਨਾ ਹੈ ਤੇ ਵੀਡੀਓ ਵਿੱਚ ਵੀ ਉਹੀ ਸੁਣਨਾ ਹੈ, ਕਿਉਂਕਿ ਦਿਖਾ ਤਾਂ ਉਹ ਕੁਛ ਨਹੀਂ ਰਹੇ ਹੁੰਦੇ, ਸਿਰਫ ਬੋਲ ਹੀ ਰਹੇ ਹੁੰਦੇ ਆ। ਸੋ ਉਹ ਸਿਰਫ ਇੱਕ ਡਿਸਟਰੈਕਸ਼ਨ ਹੈ, ਤੁਸੀਂ ਡਿਸਟਰੈਕਟ ਬਿਲਕੁਲ ਵੀ ਨਹੀਂ ਹੋਣਾ, ਕਿਉਂਕਿ ਜਦੋਂ ਤੁਸੀਂ ਆਡੀਓ ਸੁਣ ਰਹੇ ਹੋ ਤਾਂ ਤੁਹਾਡਾ ਸਾਰਾ ਫੋਕਸ ਆਡੀਓ ਤੇ ਹੋਣਾ ਚਾਹੀਦਾ ਹੈ। ਨਾਲ ਵਾਲੇ ਬੈਠ ਕੇ ਕੀ ਕਰ ਰਹੇ ਨੇ ਫਾਈਨਲ ਦੇ ਵਿੱਚ ਉਹ ਤੁਹਾਡਾ ਮਤਲਬ ਨਹੀਂ ਹੋਣਾ ਚਾਹੀਦਾ। ਤੇ ਜਿਹੜੀ ਉਹ ਆਡੀਓ ਰਹੇਗੀ ਉਹ ਤੁਹਾਡੀ 30 to 90 ਸੈਕਿੰਡਸ ਦੀ ਰਹੇਗੀ। ਸੋ 30 ਸੈਕਿੰਡਸ ਮੈਂ ਤਾਂ ਲਿਖਿਆ ਕਿ ਹਾਂ ਤੁਹਾਨੂੰ ਕਈ ਵਾਰ ਇੰਨੀ ਆਡੀਓ ਵੀ ਆਉਂਦੀ ਹੈ ਹਾਫ ਮਿੰਟਸ ਦੀ।
ਤਾਂ ਹਾਫ ਮਿੰਟ ਦੇ ਵਿੱਚ ਜਦੋਂ ਤੁਸੀਂ ਆਡੀਓ ਸੁਣਦੇ ਹੋ ਨਾ, ਤੁਸੀਂ ਇਹੀ ਕਨਫਿਊਜ਼ ਹੋ ਜਾਂਦੇ ਹੋ ਕਿ ਮਤਲਬ ਮੈਂ ਲਿਖਿਆ ਕੀ ਹੈ ਤੇ ਮੈਂ ਬੋਲਣਾ ਕੀ ਹੈ, ਕਿਉਂਕਿ ਬੋਲਣਾ ਤਾਂ ਤੁਸੀਂ 35 ਸੈਕਿੰਡਸ ਹੈ, ਤੁਸੀਂ ਮੋਰ ਦੈਨ 30 ਸੈਕਿੰਡਸ ਹੀ ਬੋਲੋਗੇ, ਬਟ ਤੁਸੀਂ ਆਡੀਓ ਸਿਰਫ 30 ਸੈਕਿੰਡ ਦੀ ਸੁਣੀ ਹੈ, ਤੇ ਉਹ ਤੁਹਾਡੇ ਲਈ ਥੋੜਾ ਜਿਹਾ ਡਿਫਿਕਲਟ ਹੋ ਜਾਂਦਾ ਹੈ। ਤਾਂ ਹੀ ਮੈਂ ਲਿਖਿਆ ਕਿ ਇਸ ਕਰਕੇ ਇਹ ਟਾਸਕ ਥੋੜਾ ਡਿਫਿਕਲਟ ਹੈ। ਅਗਰ ਤੁਹਾਡੇ ਕੋਲ ਆਡੀਓ ਸਿਰਫ 30 ਸੈਕਿੰਡਸ ਦੀ ਆਉਂਦੀ ਹੈ ਤਾਂ ਤੁਹਾਡੇ ਕੋਲ ਕੰਟੈਂਟ ਹੀ ਨਹੀਂ ਹੁੰਦਾ ਬੋਲਣ ਲਈ, ਬਟ ਇਨ ਕੇਸ ਉਹ 90 ਸੈਕਿੰਡ ਦੀ ਆਡੀਓ ਆ ਰਹੀ ਹੈ ਤਾਂ ਤੁਹਾਡੇ ਕੋਲ ਕੰਟੈਂਟ ਦੀ ਕੋਈ ਕਮੀ ਨਹੀਂ ਹੋਏਗੀ, ਤੁਸੀਂ ਬਹੁਤ ਸਾਰਾ ਕੰਟੈਂਟ ਹੋਏਗਾ ਤਾਂ ਉਹਦੇ ਅਕੋਰਡਿੰਗ ਤੁਸੀਂ ਚੂਜ਼ ਕਰ ਸਕਦੇ ਹੋ ਕਿ ਤੁਸੀਂ ਕੀ ਬੋਲਣਾ ਹੈ। ਸੋ ਇਹ ਚੀਜ਼ ਦਾ ਤੁਸੀਂ ਬਹੁਤ ਧਿਆਨ ਰੱਖਣਾ ਹੈ, ਇਸ ਚੀਜ਼ ਤੇ ਬਹੁਤ ਫੋਕਸ ਰੱਖਣਾ ਹੈ ਕਿ ਜਦੋਂ ਵੀ ਆਡੀਓ ਤੁਹਾਨੂੰ ਸੁਣਦੀ ਹੈ ਉਸ ਤੋਂ ਨਾਲ ਦੀ ਨਾਲ ਤੁਸੀਂ ਲਿਖਣਾ ਉਹਨੂੰ ਸਟਾਰਟ ਕਰ ਦਿਓ। ਇਹ ਨਹੀਂ ਸੋਚਣਾ ਕਿ ਇਹ ਨਹੀਂ ਸਮਝ ਆਇਆ ਤਾਂ ਮੈਂ ਅਗਲਾ ਪੁਆਇੰਟ ਲਿਖੂੰਗਾ, ਦੂਜਾ ਪੁਆਇੰਟ ਨਹੀਂ ਸਮਝ ਆਇਆ ਤਾਂ ਮੈਂ ਤੀਜਾ ਪੁਆਇੰਟ ਲਿਖੂੰਗਾ, ਐਵੇਂ ਕੁਝ ਨਹੀਂ ਕਰਨਾ, ਕਿਉਂਕਿ ਤੁਹਾਨੂੰ ਨਹੀਂ ਪਤਾ ਉਹਨੇ ਕਿੰਨੇ ਸੈਕਿੰਡ ਚੱਲਣਾ ਹੈ, ਤੇ ਡਿਸਟਰੈਕਟ ਬਿਲਕੁਲ ਵੀ ਨਹੀਂ ਹੋਣਾ ਇਨ ਕੇਸ ਆਫ ਰੀਟੇਲ ਲੈਕਚਰ। ਨੈਕਸਟ ਪੁਆਇੰਟ ਹੈ ਕੀ ਪੁਆਇੰਟਸ ਟੂ ਰਿਮੈਂਬਰ ਵਾਈਲ ਯੂ ਆਰ ਲਿਸਨਿੰਗ। ਜਦੋਂ ਤੁਸੀਂ ਲਿਸਨਿੰਗ ਕਰ ਰਹੇ ਹੋ, ਜਦੋਂ ਤੁਸੀਂ ਲੈਕਚਰ ਸੁਣ ਰਹੇ ਹੋ, ਤਾਂ ਤੁਸੀਂ ਕਿਹੜੇ ਪੁਆਇੰਟਸ ਦਾ ਧਿਆਨ ਰੱਖਣਾ ਹੈ, ਕਿਉਂਕਿ ਉਸ ਤੋਂ ਬਾਅਦ ਤੁਸੀਂ ਸਪੀਕਿੰਗ ਬੋਲਣਾ ਹੈ, ਤੇ ਤੁਸੀਂ ਬੋਲਣ ਲੱਗੇ ਕਿਹੜੇ ਪੁਆਇੰਟਸ ਦਾ ਧਿਆਨ ਰੱਖਣਾ ਹੈ ਤੇ ਸੁਣਨ ਲੱਗੇ ਕਿਹੜੇ ਪੁਆਇੰਟਸ ਦਾ ਧਿਆਨ ਰੱਖਣਾ ਹੈ। ਤੇ ਫਸਟ ਪੁਆਇੰਟ ਆਉਂਦਾ ਹੈ ਐਕਟਿਵ ਲਿਸਨਿੰਗ ਇਜ਼ ਵੈਰੀ ਇੰਪੋਰਟੈਂਟ। ਮੀਨਸ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਜਦੋਂ ਤੁਸੀਂ ਆਡੀਓ ਸੁਣ ਰਹੇ ਹੋ ਤਾਂ ਤੁਹਾਡਾ ਧਿਆਨ ਕਿਤੇ ਹੋਰ ਵੀ ਡਾਇਵਰਟ ਹੈ ਜਾਂ ਤੁਹਾਡਾ ਦਿਮਾਗ ਕਿਤੇ ਹੋਰ ਵੀ ਚੱਲ ਰਿਹਾ ਹੈ, ਉਹ ਚੀਜ਼ ਨਹੀਂ ਹੋਣੀ ਚਾਹੀਦੀ, ਤੁਹਾਡਾ ਫੋਕਸ ਸਿਰਫ ਆਡੀਓ ਲੈਕਚਰ ਤੇ ਹੀ ਹੋਣਾ ਚਾਹੀਦਾ ਹੈ। ਸੈਕਿੰਡ ਪੁਆਇੰਟ ਹੈ ਟੇਕ ਨੋਟਸ। ਨੋਟਸ ਕੈਨ ਬੀ ਮੇਨ ਟੌਪਿਕ ਆਫ ਦ ਲੈਕਚਰ, phrases, dates, year, country name, important points, group of words, last or second last lines of the lecture for conclusion। ਬੱਚੇ ਕੀ ਕਰਦੇ ਆ ਕਿ ਨੋਟਸ ਤਾਂ ਲੈ ਲੈਂਦੇ ਆ, ਬਟ ਉਹਨਾਂ ਨੇ ਉਸ ਦਾ ਟਾਈਟਲ ਕੀ ਦੇਣਾ ਹੈ ਤੇ ਉਹਨੂੰ ਕਨਕਲੂਡ ਕਿਵੇਂ ਕਰਨਾ ਹੈ, ਉਹ ਉਹਨਾਂ ਨੂੰ ਨਹੀਂ ਪਤਾ ਹੁੰਦਾ। ਕਿਉਂਕਿ ਮੈਂ ਜਦੋਂ ਆਪਣੀ ਪ੍ਰੈਪਰੇਸ਼ਨ ਵੀ ਕੀਤੀ ਹੈ ਤਾਂ ਜਦੋਂ ਤੁਸੀਂ YouTube ਤੇ ਸਰਚ ਕਰਦੇ ਹੋ ਤਾਂ ਤੁਹਾਨੂੰ ਬਹੁਤ ਸਾਰੇ ਟੈਂਪਲੇਟਸ ਮਿਲਦੇ ਆ, ਬਟ ਹਰ ਟੈਂਪਲੇਟ ਦੇ ਵਿੱਚ ਇਹੀ ਲਿਖਿਆ ਹੁੰਦਾ ਹੈ ਕਿ ਜਦੋਂ ਤੁਹਾਨੂੰ ਕਨਕਲੂਜਨ ਸਮਝ ਨਾ ਆਏ ਤਾਂ ਤੁਸੀਂ ਲਿਖ ਦਿਓ ਕਿ ਓਵਰਆਲ ਵੈਰੀ ਇਨਫੋਰਮੇਟਿਵ, ਬਟ ਐਦਾਂ ਕੁਝ ਨਹੀਂ ਹੁੰਦਾ। ਜੇ ਬੰਦੇ ਨੇ ਤੁਹਾਨੂੰ ਕੋਈ ਆਡੀਓ ਸੁਣਾਈ ਹੈ, ਤੁਹਾਨੂੰ ਕੁਝ ਸੁਣ ਰਿਹਾ ਹੈ, ਤਾਂ ਉਸ ਆਡੀਓ ਦਾ ਕੁਝ ਮੀਨਿੰਗ ਵੀ ਹੋਏਗਾ, ਕੁਝ ਕਨਕਲੂਜਨ ਵੀ ਹੋਏਗਾ। ਸੋ ਜਦੋਂ ਤੁਸੀਂ ਨੋਟਸ ਲਿਖ ਰਹੇ ਹੋ ਨਾ, ਜਦੋਂ ਨੋਟਸ ਬਣਾ ਰਹੇ ਹੋ, ਤਾਂ ਤੁਸੀਂ ਇਹ ਚੀਜ਼ ਜ਼ਰੂਰ ਯਾਦ ਰੱਖਣੀ ਹੈ ਕਿ ਤੁਸੀਂ ਟਾਈਟਲ ਲੈਣਾ ਹੈ। ਜੋ ਮੈਂ ਡਿਸਕ੍ਰਾਈਬ ਇਮੇਜ ਤੇ ਵੀ ਫੋਕਸ ਕੀਤਾ ਸੀਗਾ ਕਿ ਟਾਈਟਲ ਹਮੇਸ਼ਾ ਤੁਹਾਨੂੰ ਪਹਿਲੇ ਵਰਡ ਜਾਂ ਪਹਿਲੀ ਲਾਈਨ 'ਚ ਕਦੇ ਨਹੀਂ ਮਿਲੇਗਾ। ਟਾਈਟਲ ਮਾਈਟ ਬੀ ਇਨ ਦੀ ਸੈਕਿੰਡ ਲਾਈਨ ਔਰ ਇਨ ਦੀ ਥਰਡ ਲਾਈਨ, ਉਹ ਤੁਸੀਂ ਸੋਚ ਕੇ ਰੱਖਣਾ ਹੈ। ਜਾਂ ਫਿਰ ਜਿਹੜੇ ਵਰਡਸ ਬਾਰ-ਬਾਰ ਰਿਪੀਟ ਹੋ ਰਹੇ ਨੇ, ਦੈਟ ਕੈਨ ਬੀ ਦੀ ਟਾਈਟਲ, ਉਹ ਵੀ ਟਾਈਟਲ ਹੋ ਸਕਦਾ ਹੈ। ਉਸ ਤੋਂ ਬਾਅਦ ਤੁਸੀਂ ਫਰੇਜ਼ਿਸ ਨੋਟ ਕਰਨੇ ਨੇ। ਫਰੇਜ਼ਿਸ ਦਾ ਮਤਲਬ ਇਹ ਹੈ ਕਿ ਅਗਰ ਕੋਈ ਲਾਈਨ ਦੋ ਵਰਡਸ ਦੇ ਵਿੱਚ ਕੰਪਲੀਟ ਹੋ ਰਹੀ ਹੈ ਤਾਂ ਤੁਸੀਂ ਇੱਕ ਫਰੇਜ਼ ਚੱਕ ਲਿਆ। ਉਸ ਤੋਂ ਬਾਅਦ ਅਗਰ ਕੋਈ ਡੇਟਸ ਦਾ ਜ਼ਿਕਰ ਹੋ ਰਿਹਾ ਲੈਕਚਰ ਦੇ ਵਿੱਚ, ਜਾਂ ਕੁਝ ਈਅਰਸ ਉਹਨੇ ਮੈਂਸ਼ਨ ਕੀਤੇ ਨੇ, ਜਾਂ ਕਿਸੇ ਕੰਟਰੀ ਦਾ ਨੇਮ ਉਹਨੇ ਮੈਂਸ਼ਨ ਕੀਤਾ ਬਾਰ-ਬਾਰ, ਤਾਂ ਤੁਸੀਂ ਉਹ ਜ਼ਰੂਰ ਪਿਕ ਕਰਨਾ ਹੈ ਤੇ ਉਹਨੂੰ ਜ਼ਰੂਰ ਨੋਟ ਡਾਊਨ ਕਰਨਾ ਹੈ। ਦੈਨ ਇੰਪੋਰਟੈਂਟ ਪੁਆਇੰਟਸ, ਮਤਲਬ ਇਨ ਕੇਸ ਉਹ ਕਿਸੇ ਮੈਡੀਕਲ ਡਿਸੀਜ਼ ਦੀ ਗੱਲ ਕਰ ਰਿਹਾ ਜਾਂ ਕਿਸੇ ਸਾਇੰਸ ਦੇ ਟੌਪਿਕ ਦੀ ਗੱਲ ਕਰ ਰਿਹਾ, ਇਨ ਕੇਸ ਉਹ ਮਤਲਬ ਚਾਈਲਡ ਸਾਈਕੋਲੋਜੀ ਦੀ ਗੱਲ ਕਰ ਰਿਹਾ, ਤਾਂ ਐਵੇਂ ਦੇ ਅਗਰ ਕੁਝ ਵਰਡਸ ਨੇ ਤਾਂ ਉਹ ਜ਼ਰੂਰ ਤੁਸੀਂ ਨੋਟ ਡਾਊਨ ਕਰਨੇ ਆ, ਕਿਉਂਕਿ ਇੱਥੇ ਤੁਹਾਡੀ ਰਾਈਟਿੰਗ ਸਕਿੱਲ ਤਾਂ ਚੈੱਕ ਨਹੀਂ ਹੋਏਗੀ ਅਗਰ ਇਨ ਕੇਸ ਤੁਹਾਡੇ ਸਪੈਲਿੰਗ ਗਲਤ ਨੇ, ਕਿਉਂਕਿ ਤੁਸੀਂ ਬੋਲਣਾ ਤਾਂ ਬੋਲ ਤਾਂ ਤੁਸੀਂ ਸਕਦੇ ਹੀ ਹੋ। ਦੈਨ ਗਰੁੱਪ ਆਫ ਵਰਡਸ, ਮਤਲਬ ਵਰਬਸ ਤੁਸੀਂ ਨੋਟ ਕਰਨੀਆਂ ਨੇ। ਤੇ ਨੈਕਸਟ ਹੈਗਾ ਸੈਕਿੰਡ ਔਰ ਸੈਕਿੰਡ ਲਾਸਟ ਲਾਈਨ। ਇਹ ਮੈਂ ਇੱਥੇ ਕਿਉਂ ਮੈਂਸ਼ਨ ਕੀਤੀ ਹੈ, ਕਿਉਂਕਿ ਅਗਰ ਤੁਸੀਂ ਕਨਕਲੂਡ ਕਰ ਰਹੇ ਹੋ ਤਾਂ ਕਿਸੇ ਵੀ ਚੀਜ਼ ਦਾ ਜਿਹੜਾ ਕਨਕਲੂਜਨ ਹੈ ਨਾ, ਉਹ ਲਾਸਟ ਲਾਈਨ ਜਾਂ ਸੈਕਿੰਡ ਲਾਸਟ ਲਾਈਨ ਦੇ ਵਿੱਚ ਹੁੰਦਾ ਹੈ। ਤਾਂ ਲਾਸਟ ਔਰ ਸੈਕਿੰਡ ਲਾਈਨ ਦਾ ਮਤਲਬ ਇੱਥੇ ਇਹੀ ਹੈ ਕਿ ਬੱਚੇ ਕਈ ਵਾਰ ਲਾਸਟ ਲਾਈਨ ਨਹੀਂ ਸੁਣਦੇ, ਤਾਂ ਜ਼ਰੂਰੀ ਨਹੀਂ ਹੈ ਸੈਕਿੰਡ ਲਾਸਟ ਵੀ ਲੈਣੀ ਹੈ, ਉਸ ਤੋਂ ਪਹਿਲੀ ਵੀ ਲੈ ਸਕਦੇ ਹੋ। ਜਿੱਥੇ ਤੁਹਾਨੂੰ ਲੱਗਦਾ ਕਿ ਤੁਸੀਂ ਪੂਰੀ ਲਾਈਨ ਪਿਕਅਪ ਕਰ ਲਈ, ਇਹ ਪੂਰੀ ਲਾਈਨ ਇਹਦਾ ਕਨਕਲੂਜਨ ਹੋ ਸਕਦਾ ਹੈ, ਮਤਲਬ ਉਹ ਚੱਕਣੀ ਤੁਸੀਂ ਲਾਸਟ ਦੇ ਵਿੱਚੋਂ ਹੀ ਹੈ, ਸੋ ਕਨਕਲੂਜਨ ਵਾਸਤੇ ਹੈ। ਤਾਂ ਇਹ ਚੀਜ਼ਾਂ ਦਾ ਤੁਸੀਂ ਨੋਟਸ ਦੇ ਟਾਈਮ ਧਿਆਨ ਰੱਖਣਾ ਹੈ। ਮਤਲਬ 90 ਸੈਕਿੰਡਸ ਦੇ ਵਿੱਚ ਤੁਸੀਂ ਇਹ ਸਾਰਾ ਕੁਝ ਲਿਖਣਾ ਹੈ ਤੇ ਉਸ ਤਰ੍ਹਾਂ ਉਹਨੂੰ ਆਰਗੇਨਾਈਜ਼ ਵੀ ਕਰਨਾ ਹੈ। ਮਤਲਬ ਐਦਾਂ ਨਹੀਂ ਹੋਣਾ ਚਾਹੀਦਾ ਕਿ ਜਦੋਂ ਤੁਸੀਂ ਬੋਲ ਰਹੇ ਹੋ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਕਿ ਹੁਣ ਮੈਂ ਲਿਖਿਆ ਕੀ ਸੀ ਤੇ ਮੈਂ ਬੋਲਣਾ ਕੀ ਹੈ। ਕਿਉਂਕਿ ਬੱਚੇ ਜਦੋਂ ਨੋਟਸ ਬਣਾਉਂਦੇ ਆ ਨਾ, ਉਹਨਾਂ ਦੀ ਮੇਨ ਪ੍ਰੋਬਲਮ ਇਹੀ ਹੈ ਕਿ ਉਹਨਾਂ ਦੇ ਨੋਟਸ ਕਲੀਅਰ ਹੀ ਨਹੀਂ ਹੁੰਦੇ। ਜਦੋਂ ਉਹ ਬੋਲਣ ਲੱਗਦੇ ਆ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨੇ ਖੁਦ ਕੀ ਲਿਖਿਆ। ਸੋ ਮੇਕ ਸ਼ੋਰ ਕਿ ਤੁਹਾਡੇ ਨੋਟਸ ਕਲੀਅਰ ਹੋਣੇ ਚਾਹੀਦੇ ਆ। ਇਹ ਮੈਂ ਥਰਡ ਪੁਆਇੰਟ ਦੇ ਵਿੱਚ ਮੈਂਸ਼ਨ ਕੀਤਾ ਹੈ, ਮੇਕ ਕਲੀਅਰ ਨੋਟਸ ਇਨਕਲੂਡਿੰਗ ਮੇਨ ਟੌਪਿਕ, ਕੀ ਪੁਆਇੰਟਸ ਐਂਡ ਸਮਰੀ ਆਫ ਦੀ ਲੈਕਚਰ। ਮੀਨਸ ਜੋ ਮੈਂ ਇਸ ਲਾਈਨ ਦੇ ਵਿੱਚ ਲਿਖਿਆ ਸੀ ਉਹਦਾ ਕਨਕਲੂਜਨ ਇਹੀ ਹੈ। ਮੀਨਸ ਜੋ ਟੌਪਿਕ ਤੁਸੀਂ ਬੋਲਣਾ ਹੈ ਉਹਦਾ ਮੇਨ ਟੌਪਿਕ ਹੈ ਕੀ ਹੈ, ਉਹਦੇ ਮੇਨ ਪੁਆਇੰਟਸ ਕੀ ਨੇ ਤੇ ਉਹਦਾ ਕਨਕਲੂਜਨ ਕੀ ਹੈ, ਇਹ ਸਾਰਾ ਕੁਝ ਹੋਣਾ ਚਾਹੀਦਾ ਹੈ। Next, organize your thoughts while listening the lecture because you have only 10 seconds before you speak once audio is over।
ਜਦੋਂ ਤੁਸੀਂ ਆਡੀਓ ਖਤਮ ਹੋ ਗਈ ਤਾਂ ਤੁਹਾਡੇ ਕੋਲ ਪ੍ਰੈਪਰੇਸ਼ਨ ਟਾਈਮ ਸਿਰਫ 10 ਸੈਕਿੰਡਸ ਦਾ ਹੁੰਦਾ ਹੈ। ਉਸ ਤੋਂ ਬਾਅਦ ਤੁਸੀਂ ਬੋਲਣਾ ਹੈ ਤੇ ਜਦੋਂ ਵੀ ਤੁਸੀਂ ਬੋਲੋਗੇ ਤੁਹਾਨੂੰ ਬੀਪ ਤਾਂ ਸੁਣਾਈ ਦੇਗੀ। ਤਾਂ ਆਰਗੇਨਾਈਜ਼ ਯੂਰ ਥਾਟਸ ਦਾ ਮਤਲਬ ਇਹ ਹੈ ਕਿ ਤੁਸੀਂ ਉਸੇ ਟਾਈਮ ਪੀਰੀਅਡ ਦੇ ਵਿੱਚ ਜੋ ਲਿਖ ਰਹੇ ਹੋ ਉਹਨੂੰ ਆਰਗੇਨਾਈਜ਼ ਵੀ ਕਰਦੇ ਰਹਿਣਾ ਹੈ ਕਿ ਮੈਂ ਪਹਿਲਾ ਪੁਆਇੰਟ ਇਹ ਬੋਲਣਾ ਹੈ, ਦੂਜੇ ਪੁਆਇੰਟ ਇਹ ਹੈ, ਤੀਜਾ ਇਹ ਹੈ, ਚੌਥਾ ਇਹ ਹੈ ਤੇ ਫਿਰ ਪੰਜਵਾਂ ਇਹ ਹੈ ਤੇ ਕਨਕਲੂਜ਼ਨ ਇਹ ਰਹੇਗਾ। ਮਤਲਬ ਇਹ ਚੀਜ਼ ਦਾ ਮਤਲਬ ਹੈ ਤੇ ਆਰਗੇਨਾਈਜ਼ ਯੂਰ ਥਾਟਸ ਹੈ। ਤੁਸੀਂ ਨਾਲ ਦੀ ਨਾਲ ਆਪਣੇ ਨੋਟਸ ਨੂੰ ਆਰਗੇਨਾਈਜ਼ ਵੀ ਕਰਕੇ ਚੱਲਣਾ ਕਿਉਂਕਿ 10 ਸੈਕਿੰਡਸ ਦੇ ਵਿੱਚ ਤਾਂ ਤੁਸੀਂ ਜਸਟ ਇੱਕ ਸਾਹ ਲੈਣਾ ਤੇ ਉਸ ਤੋਂ ਬਾਅਦ ਬੋਲਣਾ ਸਟਾਰਟ ਕਰਨਾ ਹੈ। ਐਂਡ ਮੇਕ ਸ਼ੋਰ ਯੂ ਕਾਂਟ ਰੀਪਲੇ ਦੀ ਆਡੀਓ। ਤੁਸੀਂ ਆਡੀਓ ਨੂੰ ਦੁਬਾਰਾ ਨਹੀਂ ਚਲਾ ਸਕਦੇ। ਜੇ ਤੁਹਾਡੇ ਕੋਲ 30 ਸੈਕਿੰਡਸ ਦੀ ਵੀ ਆ ਗਈ ਤਾਂ 30 ਸੈਕਿੰਡਸ ਦੀ ਵੀ ਤੁਸੀਂ ਅਟੈਂਪਟ ਤਾਂ ਕਰਨੀ ਹੈ। ਜੋ ਤੁਸੀਂ ਸੁਣਿਆ ਉਹ ਬਾਰ-ਬਾਰ ਬੋਲ ਦਿਓ ਜਾਂ ਤੁਸੀਂ ਆਪਣੇ ਕੋਲੋਂ ਐਡ ਕਰਕੇ ਬੋਲ ਦਿਓ। ਇਟ ਡਿਪੈਂਡਸ ਔਨ ਯੂ ਕਿ ਤੁਸੀਂ ਉਹਨੂੰ ਓਵਰਕਮ ਕਿਵੇਂ ਕਰਦੇ ਹੋ। ਇਹ ਤੁਹਾਡਾ ਪੁਆਇੰਟ ਰਹੇਗਾ। ਸੋ ਅੱਜ ਦੇ ਲੈਕਚਰ ਲਈ ਸਿਰਫ ਇੰਨਾ ਹੀ ਸੀਗਾ। ਬਾਕੀ ਮੈਂ ਅਗਲਾ ਲੈਕਚਰ ਵਿੱਚ ਤੁਹਾਨੂੰ ਹੋਰ ਦੱਸਾਂਗੀ ਕਿ ਹੋਰ ਕਿਹੜੇ ਪੁਆਇੰਟਸ ਦਾ ਸਪੀਕਿੰਗ ਦੇ ਲਈ ਤੁਸੀਂ ਜਦੋਂ ਬੋਲਣਾ ਹੈ ਤਾਂ ਤੁਸੀਂ ਕਿਹੜੇ ਪੁਆਇੰਟਸ ਦਾ ਧਿਆਨ ਰੱਖਣਾ ਹੈ। ਇਨ ਕੇਸ ਤੁਹਾਨੂੰ ਰੀਟੇਲ ਲੈਕਚਰ ਦਾ ਟੈਂਪਲੇਟ ਚਾਹੀਦਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਜਾਂ ਮੈਨੂੰ ਮੇਲ ਆਈਡੀ ਤੇ ਮੇਲ ਕਰ ਸਕਦੇ ਹੋ। ਮੈਨੂੰ ਇੰਸਟਾਗ੍ਰਾਮ ਤੇ ਫੋਲੋ ਵੀ ਕਰ ਸਕਦੇ ਹੋ। ਅਮਰ ਪੀਟੀ ਕਲਾਸਿਸ ਦੇ ਨਾਮ ਨਾਲ ਮੇਰਾ ਇੰਸਟਾਗ੍ਰਾਮ ਅਕਾਊਂਟ ਹੈ। ਤੇ ਪਲੀਜ਼ ਇਹਨਾਂ ਵੀਡੀਓਜ਼ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਬਿਕੋਜ਼ ਹਾਫ knowledge is always dangerous, and thank you so much for watching this video.